ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਾਣਿਆ ਮਨ ਮਰ ਗਿਆ, ਪਰ ਮਨ ਮਾਰਿਆ ਨਾ ਜਾਏ। ਬਰਖਾ ਪਈ ਕੁਸੰਗ ਕੀ, ਦਾਦਰ ਜਿਉਂ ਬਰੜਾਏ। ਦਾਦਰ ਆਖਦੇ ਹਨ ਡਿੱਡੂ ਨੂੰ। ਜਿਹੜੇ ਡਿੱਡੂ ਹਨ, ਇਹ ਜਦੋਂ ਅਤੀ ਧੁੱਪ ਪੈਂਦੀ ਹੈ ਜਾਂ ਠੰਡੀ ਦਾ ਮੌਸਮ ਹੁੰਦਾ ਹੈ, ਇਹ ਲੁਪਤ ਹੋ ਜਾਂਦੇ ਹਨ, ਮਿਲਦੇ ਨਹੀਂ ਕਿੱਥੇ ਹਨ। ਪਰ ਜਦੋਂ ਬਰਸਾਤ ਦਾ ਪਹਿਲਾ ਮੀਂਹ ਪੈਂਦਾ ਹੈ ਤਾਂ ਉਦੋਂ ਇਹ ਡਿੱਡੂ ਬੜੇ ਬੜੇ ਮੋਟੇ ਆਕਾਰ ਦੇ ਹੋ ਕੇ ਪਾਣੀ ਦੇ ਵਿੱਚ ਉੱਪਰ ਆ ਜਾਂਦੇ ਹਨ। ਇਹ ਕਿੱਥੋਂ ਆਉਂਦੇ ਹਨ? ਨਾ ਤਾਂ ਇਹ ਆਕਾਸ਼ ਦੇ ਵਿੱਚੋਂ ਗਿਰਦੇ ਹਨ ਤੇ ਨਾ ਕਿਸੇ ਹੋਰ ਦਿਸ਼ਾ ਦੇ ਵਿੱਚੋਂ ਆਉਂਦੇ ਹਨ। ਸਿਰਫ ਧਰਤੀ ਦੇ ਅੰਦਰ ਇਹ ਲੁਕੇ ਹੋਏ ਹੁੰਦੇ ਹਨ। ਇਹਨਾਂ ਨੂੰ ਸਾਹ ਵੀ ਨਹੀਂ ਆਉਂਦਾ। ਇਹਨਾਂ ਦੀ ਚਮੜੀ ਦੇ ਵਿੱਚੋਂ ਹੀ ਇਹਨਾਂ ਨੂੰ ਸਵਾਸ ਆਉਂਦਾ ਹੈ। ਇਸੇ ਤਰ੍ਹਾਂ ਜਿਹੜਾ ਮਨ ਹੈ, ਇਹ ਵੀ ਇੱਕ ਡਿੱਡੂ ਦੀ ਨਿਆਈ ਹੈ। ਜਦੋਂ ਇਹ ਮੇਂਢਕ ਦੇਖਦਾ ਹੈ ਕਿ ਪਹਿਲੀ ਵਰਖਾ ਹੋਈ ਹੈ, ਬਰਸਾਤ ਦੀ ਰੁੱਤ ਸ਼ੁਰੂ ਹੋਈ ਹੈ, ਤਾਂ ਇਹਨਾਂ ਦੇ ਵਿੱਚ ਜਾਨ ਪੈ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ, ਜਦੋਂ ਕੁਸੰਗਤ ਦੀ ਵਰਖਾ ਹੁੰਦੀ ਹੈ ਤਾਂ ਇਹ ਫਿਰ ਜਾਗਰਤ ਹੋ ਜਾਂਦਾ ਹੈ ਕਿ ਮੇਰਾ ਸਮਾਂ ਆ ਗਿਆ ਹੈ ਪ੍ਰਫੁੱਲਤ ਹੋਣ ਦਾ। ਮਨ ਦੀਆਂ ਇੱਛਾਵਾਂ ਬੇਅੰਤ ਹਨ। ਮਨ ਤਰ੍ਹਾਂ ਤਰ੍ਹਾਂ ਦੇ ਸੰਕਲਪ ਕਰਦਾ ਹੈ, ਤਰ੍ਹਾਂ ਤਰ੍ਹਾਂ ਦੇ ਸਵਾਂਗ ਰਚਦਾ ਹੈ, ਤਰ੍ਹਾਂ ਤਰ੍ਹਾਂ ਦੀ ਸ੍ਰਿਸ਼ਟੀ ਦੇਖਦਾ ਹੈ, ਤਰ੍ਹਾਂ ਤਰ੍ਹਾਂ ਦੇ ਖਾਣ ਪਹਿਰਾਨ, ਉਪਾਦਾਨ, ਫਿਰ ਲੈਤਾ ਇਸੇ ਵਿੱਚ ਹੁੰਦੀ ਹੈ। ਅਸਲ ਵਿੱਚ ਦੇਖਿਆ ਜਾਵੇ ਤਾਂ ਸ੍ਰਿਸ਼ਟੀ ਦਾ ਕਰਤਾ ਮਨ ਹੈ। ਮਨ ਨੇ ਹੀ ਸੰਕਲਪ ਕਰਕੇ ਜੋ ਅਸੀਂ ਦੇਖਦੇ ਹਾਂ, ਸੁਣਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਜੋ ਲੈਣ ਦੇਣ ਕਰਦੇ ਹਾਂ, ਵਿਵਹਾਰ ਕਰਦੇ ਹਾਂ, ਇਹ ਸਾਰੀ ਮਨ ਦੀ ਕਿਰਿਆ ਹੈ। ਅਸਲ ਦੇਖਿਆ ਜਾਵੇ, ਪਹਾੜ, ਪਰਬਤ, ਨਦੀਆਂ, ਸੂਰਜ, ਚੰਦ, ਆਕਾਸ਼, ਤਾਰੇ, ਜਿਤਨੇ ਵੀ ਜੀਵ ਹਨ, ਇਹ ਮਨ ਦੀ ਕਲਪਨਾ ਹੈ। ਮਨ ਕਰਕੇ ਹੀ ਸਾਨੂੰ ਪ੍ਰਤੀਤ ਹੁੰਦੇ ਹਨ। ਮਨ ਨੇ ਹੀ ਸਾਰੇ ਬਣਾਏ ਹਨ। ਮਨ ਹੀ ਇਹਨਾਂ ਦਾ ਕਰਤਾ ਹੈ। ਸੁਪਨਾ ਵੀ ਇਸ ਮਨ ਨੇ ਹੀ ਸਾਜਿਆ ਔਰ ਜਾਗਰਤ ਵੀ ਇਸ ਮਨ ਕਰਕੇ ਹੀ ਆਈ। ਨਿੰਦਰਾ ਵੀ ਬੰਦੇ ਨੂੰ ਮਨ ਕਰਕੇ ਆਉਂਦੀ ਹੈ। ਜਦੋਂ ਵਿਵਹਾਰ ਕਰਦਾ ਹੈ, ਉਹ ਵੀ ਮਨ ਕਰਕੇ ਹੀ ਕਰਦਾ ਹੈ। ਇੱਕ ਦੂਜੇ ਨਾਲ ਆਦਾਨ ਪ੍ਰਦਾਨ ਹੋ ਰਿਹਾ ਹੈ, ਇਹ ਮਨ ਕਰਕੇ ਹੋ ਰਿਹਾ ਹੈ। ਇਸਤਰੀ ਦੇ ਵਿੱਚ ਇਸਤਰੀ ਦੀ ਭਾਵਨਾ, ਪੁਰਸ਼ ਦੇ ਵਿੱਚ ਪੁਰਸ਼ ਦੀ ਭਾਵਨਾ, ਇਹ ਵੀ ਮਨ ਦਾ ਇੱਕ ਸੰਕਲਪ ਹੈ।
मन ही ज्योति रूप है, मन ही अंधेरा रूप है, मन ही ज्ञान है, मन ही अज्ञान है। मन ने ही देवते साजे, मन ने ही स्वर्ग बनाया, मन ने ही नरक बनाया। मन उत्पत्ति का करता है, मन लैता का वाचक है, मन ही इस सृष्टि का पालक है, मन ही ईश्वर है, मन ही माया है, मन ही साधु है, मन ही चोर है, मन ही ठग है, मन ही बदमाश है, मन ही सच दा करता है, मन ही झूठ नूं रचण वाला है। ये सारी सृष्टि मन के द्वारा साजी गई है। ये मन की विशालता नापी नहीं जा सकती, तोली नहीं जा सकती। मन ही ज्ञानी है, मन ही अज्ञानी है। मन ही सुंदर है, मन ही करूप है, मन ही भंवरा है, मन ही फुल है, मन ही समुद्र है, मन ही लहर है, मन ही पर्वत है, मन ही पर्वतां दे विच स्थिरता है, मन ही अगन है, अगन दे विच जो उष्णता है वो मन है, मन ही पवन है, मन ही उष्ण और ठंडी हवा है, मन ही आकाश है, मन ही पताल है, मन ही अर्ध है, मन ही ऊर्ध है, मन ही मध्य है, मन ही पास्ट है, मन ही फ्यूचर है, मन ही प्रेजेंट है, मन ही भूतकाल दे विच अदृष्ट रूप सी, जो प्रेजेंट है, वर्तमान है, उस दे विच मन करके ही सब कुछ प्रतीत हो रहा है। मन ही फ्यूचर है, अगेतरा सोचने वाला। फ्यूचर दे विच की होवेगा, ये मन ही सोचता है। प्यारी साध संगत, मन की जे कल्पना करिए, मैं मन एक ऐसा विषय है दिस इज द डिफिकल्ट सब्जेक्ट इन दिस वर्ल्ड। अनकवर्ड ये मन है। इसकी पड़चोल करनी, इसनूं बाचना, इसनूं देखना, इसका अनुभव करना, एक
बड़ा औखा रस्ता है। ਇਹ ਸ੍ਰਿਸ਼ਟੀ ਮਨ ਦੇ ਦੁਆਲੇ ਘੁੰਮਦੀ ਹੈ। ਮਨ ਇੱਕ ਧੁਰਾ ਹੈ ਜਿਸ ਦੇ ਦੁਆਲੇ ਸਾਰਾ ਸੰਸਾਰ ਘੁੰਮਦਾ ਹੈ। ਸੂਰਜ ਚੰਦ ਇਸ ਮਨ ਦੇ ਦੁਆਲੇ ਘੁੰਮਦੇ ਹਨ। ਧਰਤੀ ਇਸ ਮਨ ਦੇ ਦੁਆਲੇ ਘੁੰਮਦੀ ਹੈ। 9 ਗ੍ਰਹਿ ਇਸ ਮਨ ਦੇ ਦੁਆਲੇ ਘੁੰਮਦੇ ਹਨ। ਇਸ ਮਨ ਕਰਕੇ ਹੀ ਬ੍ਰਹਮਾ ਵਿਸ਼ਨੂੰ ਮਹੇਸ਼ ਪ੍ਰਤੀਤ ਹੋ ਰਹੇ ਹਨ। ਮਨ ਕਰਕੇ ਹੀ ਇੱਕ ਸ਼ੂਨਿਆ ਪ੍ਰਤੀਤ ਹੁੰਦਾ ਹੈ। ਮਨ ਹੀ ਅਬੋਧ ਹੈ, ਮਨ ਹੀ ਬੋਧ ਹੈ, ਮਨ ਹੀ ਅਗਮ ਹੈ, ਮਨ ਹੀ ਨਿਗਮ ਹੈ, ਮਨ ਹੀ ਅਚੇਤ ਹੈ, ਮਨ ਹੀ ਚੇਤ ਹੈ, ਮਨ ਹੀ ਅਦ੍ਰਿਸ਼ਟ ਹੈ, ਮਨ ਹੀ ਪਰਮ ਸਤ ਹੈ, ਮਨ ਹੀ ਇਸ ਬ੍ਰਹਿਮੰਡ ਦਾ ਕਰਤਾ ਹੈ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਈ ਦੀਵਾਨ। ਏਕਾ ਮਾਈ ਜੁਗਤ ਵਿਆਈ, ਮਨ ਕਰਕੇ ਹੀ ਉਹ ਮਾਇਆ ਰਚੀ ਗਈ। 3 ਚੇਲੇ ਵੀ ਮਨ ਕਰਕੇ ਹੀ ਬਣੇ। ਸ੍ਰਿਸ਼ਟੀ ਉਤਪਤ ਹੋਈ ਬ੍ਰਹਮਾ ਦੇ ਦੁਆਰਾ ਮਨ ਕਰਕੇ ਹੋਈ। ਮਨ ਦੇ ਵਿੱਚ ਸੰਕਲਪ ਆਇਆ ਤਾਂ ਸ੍ਰਿਸ਼ਟੀ ਉਤਪਤ ਹੋਈ। ਮਨ ਕਰਕੇ ਹੀ ਵਿਸ਼ਨੂੰ ਨੇ ਇਸ ਦੀ ਪਾਲਣਾ ਕੀਤੀ। ਮਨ ਕਰਕੇ ਹੀ ਸ਼ਿਵ ਨੇ ਸੰਘਾਰ ਕੀਤਾ, ਇਸ ਨੂੰ ਨਸ਼ਟ ਕੀਤਾ। ਜਦੋਂ ਇਸ ਅਗਾਧ ਬੋਧ ਮਨ ਦੀ ਸੱਤਿਆ ਖਤਮ ਹੋਈ ਤਾਂ ਫਿਰ ਪਰਮ ਬੋਧ ਰੂਪ ਸੂਰਜ ਉਤਪਤ ਹੋਇਆ। ਪਰਮ ਬੋਧ, ਪਰਮ ਤੱਤ, ਨਿਰਵਾਣ, ਅਖੰਡ, ਚੇਤਨ, ਅਗਮ, ਅਗੋਚਰ, ਪਰਮ ਸਤਰੂਪ, ਪਰਮ ਈਸ਼ਵਰ, परम कर्ता, परम जुक्ता, परम ज्ञानी, परम ध्यानी, जो मन तो परे है, मन नूं रचनहार है, वो फिर प्रतीत होया। पर मन की सृष्टि नूं पार करना अपने आप दे विच बहुत मुश्किल है। ये मन युगां दा करता है। ये मन सृष्टि का करता है। मन ही स्वयंभव मनु है। मन ही सप्तऋषियां दे विच रह के इन्हां दा रचनहार है। जदों मन की सत्या खत्म हुई, इसका भाव खत्म होया, तो फिर वो प्रतीत होया जिस दी था पेट कोई नहीं। उत्थे मन चुप कर गया। सुनना बंद कर दिता मन ने, बोलना बंद कर दिता, सोचना बंद कर दिता, चलना बंद कर दिता। फिर एक स्थिरता, जदों स्थिरता आई, टिकाव आया, तो मन की सत्या खत्म हो गई। पंगरना, हलचल होनी,
ਔਰ ਉਤੇਜਨ ਆਉਣਾ, ਚੱਲਣ ਸ਼ਕਤੀ ਹੋਣੀ, ਇਹ ਮਨ ਦੇ ਭਾਵ ਹਨ। ਜਦੋਂ ਇਹ ਕੁਛ ਖਤਮ ਹੋ ਗਿਆ, ਟਕਾ ਦੇ ਵਿੱਚ ਆਉਣਾ ਸ਼ੁਰੂ ਹੋਇਆ, ਤਾਂ ਸ਼ੂਨਿਆ ਅਵਸਥਾ ਦੇ ਕੋਲ ਫਿਰ ਇਹ ਪਹੁੰਚ ਗਿਆ। ਇੱਕ ਐਸੇ ਪਰਮ ਬੋਧ ਰੂਪੀ ਸਮੁੰਦਰ ਦੇ ਵਿੱਚ ਇਹ ਪ੍ਰਵੇਸ਼ ਕੀਤਾ, ਜਿੱਥੇ ਇਸ ਨੇ ਆਪਣਾ ਆਪ ਗਵਾ ਲਿਆ। ਆਪਣਾ ਆਪ ਗਵਾ ਕੇ ਇੱਕ ਨਿੱਜ ਸਰੂਪ, ਜੋ ਆਪਣਾ ਸਰੂਪ ਹੈ ਸਾਰਿਆਂ ਦਾ, ਉਸ ਨੂੰ ਅਨੁਭਵ ਕੀਤਾ। ਅਨੁਭਵ ਦੀ ਸੱਤਾ ਜਿਸ ਦੇ ਵਿੱਚ ਜਾਗਰਤ ਹੋਈ, ਉਹ ਪਰਮ ਮੋਕਸ਼ ਨੂੰ ਪ੍ਰਾਪਤ ਹੋਇਆ। ਬਦੇ ਮੁਕਤ ਨੂੰ ਪ੍ਰਾਪਤ ਹੋਇਆ, ਜੀਵਨ ਮੁਕਤ ਨੂੰ ਪ੍ਰਾਪਤ ਹੋਇਆ। ਫਿਰ ਮਨ ਨਹੀਂ ਮੁੜ ਕੇ ਜਾਗਿਆ। ਮਨ ਆਪਣਾ ਆਪ ਗਵਾ ਬੈਠਾ। ਉਸ ਅਨਾਮੀ ਰੂਪ ਪਰਮੇਸ਼ਰ ਦੇ ਵਿੱਚ ਜਾ ਕੇ ਆਰਾਮੀ ਰੂਪ ਨਿੱਜ ਸਰੂਪ ਦੇ ਵਿੱਚ ਪ੍ਰਵੇਸ਼ ਕਰਕੇ ਇਹ ਮਨ ਖਤਮ ਹੋ ਗਿਆ। ਫਿਰ ਉਹ ਬਣ ਗਿਆ ਜਿਸ ਦਾ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਔਰ ਇਹ ਕਹਿ ਲਓ कि महा 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 पावन, महा आनंद, महाचेतन, महानिर्वाण पद ਨੂੰ ਪ੍ਰਾਪਤ ਹੋ ਗਿਆ ਤੇ ਉਹ ਸੱਤਿਆ ਬਣ ਗਿਆ ਜਿਸ ਦਾ ਕਦੀ ਨਾਸ ਨਹੀਂ ਹੋਇਆ, ਨਾ ਉਸ ਦਾ ਕਦੀ ਜਨਮ ਹੋਇਆ, ਨਾ ਕਦੀ ਉਸ ਦੀ ਮੌਤ ਹੋਈ। ਔਰ ਆਪਣੇ ਨਿੱਜ ਸਰੂਪ ਦੇ ਵਿੱਚ ਪ੍ਰਵੇਸ਼ ਕਰਕੇ ਉਸ ਦਾ ਰੂਪ ਬਣ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।